ਮੈਂ ਚਾਹਾਂਗਾ ਕਿ ਤੁਸੀਂ ਜਿਹੜਾ ਜਿਹਦੇ ਤੇ ਤੁਹਾਡੀ ਅਬੂਰਤ, ਤੁਹਾਨੂੰ ਮਹਾਰਤ ਔਰ ਤੁਹਾਡੀ ਬਹੁਤ ਜਿਹਦੇ ਤੇ ਖੋਜ ਹੈ, ਦਸਮ ਪਾਤਸ਼ਾਹ ਦੀ ਬਾਣੀ ਬਾਰੇ ਬੜੇ ਇਹਦੇ ਚ ਦੋ ਪੱਖ ਇਹਦੇ ਚ ਬੜੇ ਸਪਸ਼ਟ ਹੋ ਕੇ ਆਉਂਦੇ ਆ ਜੀ। ਕਿਉਂਕਿ ਜਿੰਨਾ ਕੁ ਵਿਰੋਧ ਇਹਦਾ ਮਤਲਬ ਜਿਸ ਤਰ੍ਹਾਂ ਇੱਕ ਮੁਹਿੰਮ ਜੀ ਛੇੜੀ ਔਰ ਕੁਝ ਚੁਣਿੰਦੇ ਨਾਂ ਉਹਨਾਂ ਨੇ ਇੰਨੇ ਜ਼ੋਰਦਾਰ ਤਰੀਕੇ ਦੇ ਨਾਲ ਉਹਨਾਂ ਨੇ ਇੰਨਾ ਰੋਲਾ ਪਾਇਆ ਕਿ ਉਹਦੀ ਭਾਸ਼ਾ ਦਸਮ ਗ੍ਰੰਥ ਸਾਹਿਬ ਦੀ ਇਤਨੀ ਕਠਨ ਸੀ ਜਾਂ ਬ੍ਰਜ ਸੀ ਜਾਂ ਸੰਸਕ੍ਰਿਤ ਸੀ, ਆਮ ਲੋਕਾਂ ਦੀ ਸਮਝ 'ਚ ਨਾ ਆਈ ਤੇ ਉਹਨਾਂ ਨੇ ਛੱਡ ਹੀ ਦਿੱਤੀ। ਤੇ ਉਹ ਦੋ ਤਿੰਨ ਇਹਦੇ 'ਚ ਮੁੱਦੇ ਹੈ ਕਿ ਪਹਿਲਾਂ ਤੇ ਦਸਮ ਗ੍ਰੰਥ ਕੀ ਹੈ, ਇਹਦੀ ਲੋੜ ਕੀ ਸੀ, ਔਰ ਇਹ ਜਿਹੜੇ ਵਿਰੋਧ ਕਰ ਰਹੇ ਕਿਉਂ ਕਰ ਰਹੇ। ਸਭ ਤੋਂ ਪਹਿਲਾ ਸਵਾਲ ਤੇ ਇਹ ਹੈਗਾ ਕਿ ਬਹੁਤ ਥੋੜੇ ਲਫ਼ਜ਼ਾਂ 'ਚ ਦਸਮ ਗ੍ਰੰਥ ਦੀ ਜਾਣ ਪਛਾਣ ਕਰਾਣੀ ਹੋਏ, ਇਹ ਕੀ ਹੈ ਤੇ ਇਹਦੀ ਲੋੜ ਕੀ ਸੀ ਜਦ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਮੌਜੂਦ ਸੀ। ਗੱਲ ਇਹ ਹੈ ਜੀ ਕਿ ਸਾਡੇ ਪਾਸ ਬਿਲਕੁਲ ਠੀਕ ਹੈ, ਬਹੁਤ ਬਹੁਤ ਸੋਹਣਾ ਸਵਾਲ ਹੈ ਜੀ। ਅਤੇ ਅਸੀਂ ਆਪਣੇ ਬੁੱਧੀ ਅਨੁਸਾਰ ਜਿਹੇ ਜੀ ਵਾਹਿਗੁਰੂ ਸਾਨੂੰ ਬਲ ਦਊਗਾ, ਬਖਸ਼ੂਗਾ ਜੀ। ਅਸੀਂ ਆਪਣਾ ਸਾਨੂੰ ਵਿਸ਼ਲੇਸ਼ਣ ਕਰਕੇ ਦੱਸਦੇ ਹਾਂ। ਉਹ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਅੰਮ੍ਰਿਤ ਛਕਾਇਆ ਜੀ ਵਿਸਾਖੀ ਨੂੰ, ਤਾਂ ਉਸ ਵੇਲੇ ਗੁਰੂ ਸਾਹਿਬ ਨੇ ਪੰਜ ਬਾਣੀਆਂ, ਤਾਂ ਉਸ ਵੇਲੇ ਤੱਕ ਆਦਿ ਗੁਰੂ ਗ੍ਰੰਥ ਸਾਹਿਬ ਔਰ ਦਸਮ ਗ੍ਰੰਥ ਦੋਨੋਂ ਹੀ ਗ੍ਰੰਥ ਜੀ मैं तुम दसा इनकम्प्लीट थे, कंप्लीट नहीं थे, क्योंकि गुरु अमरदास जी ने आप कहा कि सतगुरां बिना होर है कच्ची बाणी। तो कच्ची बाणी नूं गुरु साहब ने मोहर लाउण वास्ते कि ये ना होर फैले, ये जिहड़े हनगे अते वो कच्ची बाणी दा ये भी मुसीबत होई उस वेले कि अगर होर कोई सिख जिवें प्रचार करते थे वो करते रहंदे ਤਾਂ ਸ਼ਾਇਦ ਉਹਨਾਂ ਦੀ ਕੋਈ ਵਕਤ ਜ਼ਿਆਦਾ ਨਾ ਹੁੰਦੀ ਜਿਵੇਂ ਕਿ। ਪਰ ਸਵਾਲ ਇਹ ਹੈ ਕਿ ਜਦ ਗੁਰੂ ਸਾਹਿਬ ਦੀ ਆਪਣੀ ਸੰਤਾਨ ਹੀ ਕਰਨ ਲੱਗੀ ਔਰ ਉਹ ਕਹਿਣ ਲੱਗੇ ਕਿ ਅਸੀਂ ਗੁਰੂ ਦੀ, ਔਰ ਉਹ ਵਿਰੋਧ ਕਰਨ ਲੱਗੇ, ਜਿਸ ਕਰਕੇ ਗੁਰੂ ਅਮਰਦਾਸ ਜੀ ਨੂੰ ਆਪਣਾ ਬੜਾ ਲੜਕਾ ਮੋਹਨ ਨੂੰ ਤਿਆਗ ਕੇ ਮੋਰੀ ਜੀ ਨੂੰ ਸਾਹਮਣੇ ਕੀਤਾ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਤਾਂ ਖੈਰ ਗੁਰੂ ਛੇਵੇਂ ਪਾਤਸ਼ਾਹ ਤੇ, ਪਰ ਗੁਰੂ ਛੇਵੇਂ ਪਾਤਸ਼ਾਹ ਦੇ ਵੇਲੇ ਉਹ ਪ੍ਰਿਥੀ ਚੰਦ ਵਗੈਰਾ, ਉਹ ਮੀਣਿਆਂ ਵਗੈਰਾ ਸਾਰੇ ਅੱਗੇ ਹੋਏ। ਤੇ ਇਸ ਕਰਕੇ ਗੁਰੂ ਸਾਹਿਬ ਨੇ ਕਿ ਇਹ ਜਿਹੜੀ ਇਹ ਵੀ ਬਾਣੀਆਂ ਨੂੰ ਬਣਾ ਕੇ ਆਪਣੇ ਆਪ ਨੂੰ ਕੋਈ ਘੱਟ ਨਹੀਂ ਕਹਿੰਦਾ ਸੀ ਕਿ ਅਸੀਂ ਗੁਰੂ ਸਾਹਿਬ ਦੇ ਬਰਾਬਰ ਦੇ ਹਾਂ। ਤੇ ਇਸ ਕਰਕੇ ਗੁਰੂ ਸਾਹਿਬ ਨੇ ਉਹਨੂੰ ਥੰਮਣ ਵਾਸਤੇ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੋ ਉਹਨਾਂ ਪਾਸ ਸੀ, ਜਿਹੜੀ ਉਹਨਾਂ ਨੇ ਕੈਨੋਨਾਈਜ਼ ਕੀਤਾ ਸੀ, ਉਹ ਹਰਿਮੰਦਰ ਸਾਹਿਬ ਦੇ ਪ੍ਰਕਾਸ਼ ਕਰਕੇ ਉੱਥੇ ਮੋਹਰ ਲਾਤੀ ਕਿ ਇਹ ਕੈਨੋਨਾਈਜ਼ ਬਾਣੀ ਹੈ। ਇਸ ਤੋਂ ਬਾਕੀ ਜੋ ਕੈਨੋਨਾਈਜ਼ ਨਹੀਂ ਹੈ ਤਾਂ ਜੋ ਨਾ ਕੈਨੋਨਾਈਜ਼ ਹੋਵੇ ਉਹਨੂੰ ਅੰਗਰੇਜ਼ 'ਚ ਐਪੋਕ੍ਰਿਫਾ ਕਹਿੰਦੇ ਨੇ। ਔਰ ਜਿਹੜਾ ਕੈਨੋਨਾਈਜ਼ਡ ਹੁੰਦੀ ਹੈ ਤਾਂ ਉਸ ਨੂੰ ਅਸੀਂ ਕਹੀਏ ਕਿ ਸ਼ਾਸਤਰ ਬਣ ਗਿਆ। ਜਦ ਤੱਕ ਸ਼ਾਸਤਰ ਨਹੀਂ ਹੈ ਤਾਂ ਕੱਚੀ ਬਾਣੀ ਹੈ, ਪਰ ਜਦ ਸ਼ਾਸਤਰ ਹੈ ਤਾਂ ਉਹਨਾਂ ਨੂੰ ਅਥਾਰਟੀ ਕਹਿਤੀ। ਇਸ ਕਰਕੇ ਗੁਰੂ ਸਾਹਿਬ ਨੇ ਸ਼ਾਸਤਰ ਬਣਾ ਤਾਂ ਉਹ ਨਾਮ ਕੈਨੋਨਾਈਜ਼ ਕਰਤਾ। ਤਾਂ ਗੁਰੂ ਸਾਹਿਬ ਨੇ ਕੈਨਨ ਕਰਕੇ ਉਹਨੂੰ ਬੰਦ ਕੀਤਾ, ਇਸ ਕਰਕੇ ਕੱਚੀ ਬਾਣੀ ਅੱਗੇ ਵਾਸਤੇ ਬੰਦ ਹੋ ਜੇ। ਔਰ ਉਸ ਤੋਂ ਬਾਅਦ ਸੱਚੀ ਮੁੱਚੀ ਤਾਂ ਉਸ ਤੋਂ ਬਾਅਦ ਕੋਈ ਕੱਚੀ ਬਾਣੀ ਦਾ ਇੰਨਾ ਪ੍ਰਚਾਰ ਨਹੀਂ ਹੋ ਸਕਿਆ। ਤੁਸੀਂ ਕਿਹਾ ਕਿ ਪੰਜ ਬਾਣੀਆਂ ਦਾ ਪਾਠ ਕੀਤਾ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੰਮ੍ਰਿਤ ਛਕਾਉਣ ਲੱਗਿਆ, ਇਹ ਉਹੀ ਪੰਜ ਬਾਣੀਆਂ ਨਿਤਨੇਮ ਦੀਆਂ ਜਿਹਦੇ ਵਿੱਚ ਤਿੰਨ ਬਾਣੀਆਂ ਦਸਮ ਪਾਤਸ਼ਾਹ ਦੀਆਂ? ਹਾਂ, ਮੈਂ ਇਹੀ ਤੁਹਾਨੂੰ ਦੱਸਣ ਲੱਗਿਆ ਸੀ ਕਿ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਅੰਮ੍ਰਿਤ ਛਕਾਉਣ ਦੇ ਵੇਲੇ ਤਾਂ ਉਹਨਾਂ ਪਾਸ ਤਾਂ ਜਿਹੜੀ ਪੋਥੀ ਔਰ ਖੁੱਲੇ ਕਪੱਤਰਿਆਂ ਦੇ ਵਿੱਚ ਥੇ, ਕਿਉਂਕਿ ਉਸ ਵੇਲੇ ਕੰਬਾਈਨਡ ਕੁਛ ਨਹੀਂ ਸੀ। ਕੰਬਾਈਨਡ ਵੀ ਦਮਦਮਾ ਸਾਹਿਬ ਜਦ ਗੁਰੂ ਸਾਹਿਬ ਆਪ ਆਏ ਨੇ 4-5 ਸਾਲ ਬਾਅਦ, 6 ਸਾਲ ਬਾਅਦ, ਤਾਂ ਉਸ ਵੇਲੇ ਬੀੜਾ ਬੰਨੀਆਂ ਨੇ, ਉਸ ਤੋਂ ਪਹਿਲਾਂ ਕੋਈ ਬੀੜ ਨਹੀਂ ਸੀ, ਤਾਂ ਖੁੱਲੇ ਪੱਤਰ ਥੇ। ਤਾਂ ਗੁਰੂ ਸਾਹਿਬ ਨੇ ਆਪ ਸਿਲੈਕਟ ਕੀਤੀ ਕਿ ਪੰਜ ਬਾਣੀਆਂ ਅਸੀਂ ਅੰਮ੍ਰਿਤ ਦੇ ਛਕਾਉਣ ਵਾਸਤੇ ਕੀਤੀਆਂ। ਤਾਂ ਇਸ ਕਰਕੇ ਹੁਣ ਸਵਾਲ ਸਾਡਾ ਸਿੰਘਾਂ ਦੇ ਪਾਸ ਇਹ ਹੈ ਅੱਜ ਕਿ ਜਿਹੜਾ ਅੱਜ ਸਿੰਘ ਕਹਿੰਦਾ ਹੈਗਾ ਕਿ ਕਿ ਦਸਮ ਪਾਤਸ਼ਾਹ ਦਾ ਗ੍ਰੰਥ ਨਹੀਂ ਹੈ, ਦਸਮ ਪਾਤਸ਼ਾਹ ਦੀ ਬਾਣੀ ਨਹੀਂ ਹੈ, ਪਹਿਲਾਂ ਤਾਂ ਉਹ ਇਹ ਗਲਤ ਹੈ ਕਿ ਤੂੰ ਇਹ ਦੱਸ ਕਿ ਤੈਨੇ ਅੰਮ੍ਰਿਤ ਛਕਿਆ। ਅਗਰ ਤੂੰ ਕਹਿੰਦੇ ਮੇਰੇ ਬਾਪ ਦਾਦਾ ਨੇ ਛਕਿਆ ਪਰ ਤੂੰ ਤਾਂ ਆਪ ਨੂੰ ਛਕਿਆ ਨਹੀਂ, ਤਾਂ ਫਿਰ ਤਾਂ ਤੂੰ ਜਿਹੜਾ ਹੈਗਾ ਭੇਖੀ ਸਿੱਖ ਹੈ, ਤੂੰ ਸਿੱਖ ਨਹੀਂ। ਕਿਉਂਕਿ ਜਿਹੜਾ ਭੇਖ ਤੇਰੇ ਬਾਪ ਦਾ ਸੀ, ਦਾਦੇ ਦਾ ਸੀ,
ਤੂੰ ਵੀ ਉਹ ਭੇਖ ਧਰ ਲਿਆ। ਰਾਜਾ ਸਾਹਿਬ, ਜਿਹੜੇ ਦਸਮ ਪਾਤਸ਼ਾਹ ਦੀ ਬਾਣੀ, ਦਸਮ ਗ੍ਰੰਥ, ਹਾਂ ਇਹਦਾ ਸਹੀ ਨਾਮ ਕੀ ਹੈ? ਕਿਉਂਕਿ ਕਈ ਨੂੰ ਦਸਮ ਗ੍ਰੰਥ ਕਹਿੰਦੇ, ਕਈ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ, ਕਈ ओरिजिनल ਜਿਹੜਾ ਆਉਂਦਾ ਹੈ ਉਹ 10ਵੇਂ ਪਾਤਸ਼ਾਹ ਦਾ ਗ੍ਰੰਥ। ਅਸਲੀ ਨਾਂ ਕੀ ਹੈ? ਅਸਲੀ ਨਾਮ ਤਾਂ ਗੁਰੂ ਸਾਹਿਬ ਨੇ ਰੱਖੇ ਹੀ ਨਹੀਂ। ਹਾਂਜੀ, ਇਸ ਕਰਕੇ ਸਾਰੇ ਪੁਰਾਣੇ ਸਿੱਖ ਸਿੰਧ ਉਦਾਸੀ ਵੀ ਔਰ ਸਿੱਖ ਨਿਰਮਲੇ ਵੀ ਸਾਰੇ ਪਹਿਲਾਂ ਇਹੀ ਕਹਿੰਦੇ ਜੀ। ਸੀ ਕਿ ਜੀ ਦਸਮ ਗੁਰੂ ਸਾਹਿਬ ਦਾ ਗ੍ਰੰਥ, ਦਸਮ ਗੁਰੂ ਗ੍ਰੰਥ, ਅਗਰ ਨਾ ਦਸਮ ਗੁਰੂ ਗ੍ਰੰਥ ਨਹੀਂ, ਦਸਮ ਗੁਰੂ ਸਾਹਿਬ ਦਾ ਗ੍ਰੰਥ, ਹਾਂ। ਕਿ ਉਹਨਾਂ ਦਾ ਗ੍ਰੰਥ ਰਚਿਆ। ਕਿਉਂਕਿ ਉਹ ਇਸ ਕਰਕੇ ਕਹਿੰਦੇ ਜੀ। ਸੀ ਕਿ ਸਾਡੇ ਪਾਸ ਜਿਹੜੀ ਗੁਰੂ ਸਾਹਿਬ ਦੇ 9 ਮਣ ਪੱਕਾ ਜੀ, ਕਵੀਆਂ ਦੀ ਬਾਣੀ, ਗੁਰੂ ਸਾਹਿਬ ਦੇ ਦਰਬਾਰ ਦੇ ਕਵੀ ਥੇ 52 ਕਵੀ ਵਗੈਰਾ ਸਾਰੇ ਰੱਖੇ ਹੋਏ, ਉਹਨਾਂ ਦੇ 9 ਮਣ ਪੱਕਾ ਗ੍ਰੰਥ ਸੀਗਾ। ਪਰ ਇੰਨਾ ਹੈ ਕਿ ਉਹ ਫਿਰ ਦਸਮ ਗ੍ਰੰਥ ਦੇ ਵਿੱਚ ਔਰ ਉਹਨਾਂ ਦੇ ਵਿੱਚ ਕੀ ਫਰਕ ਹੈ? ਉਹਨਾਂ 'ਚ ਫਰਕ ਇਹ ਹੈ ਕਿ ਜਿਹੜੇ ਕਵੀਆਂ ਦੀ ਬਾਣੀ ਸੀ, ਜੀ ਜੀ ਜੀ, ਜਿਹੜੀ ਕਵੀਆਂ ਨੇ ਲਿਖੀ, ਉਹਨਾਂ ਨੇ ਆਪਣੇ ਆਪਣੇ ਗ੍ਰੰਥ ਲਿਖੇ। ਉਹ ਗ੍ਰੰਥ ਸਾਡੇ ਪਾਸ ਮੋਤੀ ਬਾਗ ਗੁਰਦੁਆਰੇ, ਮੋਤੀ ਬਾਗ ਮਹਿਲ ਦੇ ਵਿੱਚ ਉਹਨਾਂ ਦੇ ਗ੍ਰੰਥ ਅੱਜ ਮੌਜੂਦ ਨੇ। ਸੰਪੂਰਨ ਮਹਾਭਾਰਤ ਮੌਜੂਦ ਹੈ। ਅੱਛਾ ਅੱਛਾ, ਔਰ ਹੱਥ ਲਿਖਿਆ ਹੋਇਆ। ਠੀਕ ਹੈ। ਉੱਥੇ ਕਵੀ ਲਿਖਦਾ ਹੈ ਕਿ ਅੱਜ ਗੁਰੂ ਸਾਹਿਬ ਮੈਨੂੰ ਇੰਨੇ ਪ੍ਰਸੰਨ ਹੋਏ ਕਿ ਉਹਨਾਂ ਨੇ ਇਸ ਤੇ ਜਿੰਨਾ ਕਿ ਮੈंने ਲਿਖਿਆ ਉਹ ਕਵੀ ਦਾ ਵਰਣਨ ਹੈ ਕਿ ਮੈਨੂੰ 66,000 ਦਬੜੇ ਦਿੱਤੇ। ਹਾਂਜੀ ਹਾਂਜੀ, ਹੈਗਾ ਜੀ, ਹੈਗਾ ਨਾ। ਇਸੇ ਤਰ੍ਹਾਂ ਹੋਰ ਕਵੀਆਂ ਦੇ ਵੀ ਲਿਖੇ ਹੈ ਕਿ ਮੈਨੂੰ ਇੰਨਾ ਦਿੱਤਾ, ਇੰਨਾ ਬਖਸ਼ ਦਿੱਤਾ। ਤਾਂ ਜਿਨ੍ਹਾਂ ਨੇ ਵਾਸਤੇ ਗੁਰੂ ਸਾਹਿਬ ਨੇ ਬਖਸ਼ਿਸ਼ ਦਿੱਤੀ ਤਾਂ ਉਹ ਕਵੀਆਂ ਦਾ ਹੈ। ਹਾਂਜੀ, ਪਰ ਗੁਰੂ ਸਾਹਿਬ ਨੇ ਜਦ ਆਪਣੀ ਬਾਣੀ ਰਚੀ ਤਾਂ ਉਹਨਾਂ ਦੇ ਬਾਰੇ ਤੱਕ ਗੁਰੂ ਸਾਹਿਬ ਨੇ ਇਦਾਂ ਨਹੀਂ ਲਿਖਿਆ ਕਿ ਮੈंने ਆਪਣੇ ਬਖਸ਼ਿਸ਼ ਦਿੱਤੀ। ਉਹ ਕਹਿੰਦੇ ਮੈਂ ਤਾਂ ਆਪ ਹੀ ਰਚਿਆ। ਤੇ ਇਸ ਕਰਕੇ ਉਹ ਗ੍ਰੰਥ ਦਸਮ ਗ੍ਰੰਥ, ਇਸ ਕਰਕੇ ਮੈਂ ਇਹ ਦਿਖਾਉਣਾ ਚਾਹੁੰਦਾ ਕਿ ਦਸਮ ਗ੍ਰੰਥ ਜਿਹੜਾ ਹੈਗਾ ਇਹ ਸੰਪੂਰਨ ਕਵੀਆਂ ਦੀ ਬਾਣੀ ਕਿਤੇ ਨਹੀਂ ਹੈ। ਇਹ ਸੰਪੂਰਨ ਹੀ ਦਸਮ ਦੈਟ ਇਜ਼ ਦ ਵਨ ਵੀ ਹੈਵ ਟੂ ਪ੍ਰੂਵ। ਠੀਕ ਹੈ ਰਾਜਾ ਸਾਹਿਬ, ਇਹਦੇ ਚ ਕਿਹੜੀਆਂ ਕਿਹੜੀਆਂ ਬਾਣੀਆਂ? ਥੋੜਾ ਥੋੜਾ ਉਹਨਾਂ ਚ ਇੱਕ ਇੱਕ ਦੋ ਦੋ ਲਾਈਨਾਂ ਜੀ। ਅੱਛਾ, ਸਵਾਲ ਤਾਂ ਇਹ ਹੈ ਕਿ ਦਸਮ ਗ੍ਰੰਥ ਦੇ ਵਿੱਚ ਕਿ ਸਭ ਤੋਂ ਪਹਿਲੇ ਸਾਡੇ ਪਾਸ ਪ੍ਰੂਫ ਹੈ, ਹਾਂਜੀ, ਜਿਹੜੇ ਕਿ ਕੋਈ ਨਹੀਂ ਬੋਲਦਾ ਪਰ ਸਾਨੂੰ ਕਹਿਣਾ ਚਾਹੀਦਾ ਹੈ ਜੀ। ਮੈਂ ਇਸੇ ਕਰਕੇ ਪੰਡਿਤ ਨਰੋਤਮ ਹੋਰਾਂ ਦੇ ਜਿਹੜੇ ਅੰਗਰੇਜ਼ਾਂ ਤੋਂ ਪਹਿਲਾਂ ਆਏ ਥੇ ਸਾਰੇ ਗ੍ਰੰਥ ਪਏ ਨੇ, ਉਹਨਾਂ ਦੇ ਵਿੱਚ ਲਿਖਿਆ। ਤਾਂ ਉਹਦੇ ਵਿੱਚ ਲਿਖਿਆ ਹੈ ਕਿ ਭਾਈ ਚੰਪਾ ਸਿੰਘ, ਜਿਹਨੂੰ ਚੌਪਾ ਸਿੰਘ ਹੀ ਕਹੀ ਜਾਂਦੇ ਨੇ, ਅਨਪੜ੍ਹ ਸਿੱਖ, ਦੱਸੋ ਕਿ ਜਿਹਦਾ ਨਾਮ ਚੰਪਾ ਕਿਆ ਹੈ? ਚੰਪਾ ਦਾ ਇੱਕ ਕਲੀ ਹੁੰਦੀ ਹੈ, ਉਹਦੇ ਨਾਮ ਦੇ ਪਿੱਛੇ ਮਾਤਾ ਪਿਤਾ ਨੇ ਨਾਮ ਚੰਪਾ ਰੱਖਿਆ, ਉਹਨੂੰ ਚੌਪਾ ਸਿੰਘ ਹੀ ਕਹੀ ਜਾਂਦੇ ਨੇ। ਇਹ ਜਿਹੜੇ ਤਾਂ ਸਾਡੇ ਪੜ੍ਹੇ ਲਿਖੇ ਗਿਆਨੀ ਨੇ। ਤਾਂ ਚੰਪਾ ਸਿੰਘ ਜਿਹੜਾ ਹੈਗਾ ਉਹ ਲਿਖਦਾ ਹੈ ਕਿ ਮੈਂ ਗੁਰੂ ਸਾਹਿਬ ਦਾ ਖਲਾਵਾ ਸੀ। ਖਲਾਵੇ ਦਾ ਮਤਲਬ ਹੈ ਕਿ ਮੈਂ ਬੇਬੀ ਸਿਟਰ ਸੀ। ਤਾਂ ਉਹ ਚੰਪਾ ਸਿੰਘ ਕਹਿੰਦਾ ਹੈ ਕਿ ਉਹ ਆਪਣੇ ਰਹਿਤਨਾਮੇ 'ਚ ਲਿਖਦਾ ਹੈ ਕਿ ਫਲਾਣੀ ਤਾਰੀਖ ਨੂੰ ਉਹਨੇ ਡੇਟ ਵਗੈਰਾ ਲਿਖੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਜਾਪ ਸਾਹਿਬ ਬਣਾਇਆ। ਫਿਰ ਇਹ ਵੀ ਲਿਖਿਆ ਹੈ ਕਿ ਮੈਂ ਅਕਾਲ ਸੁੱਧ ਵੀ ਗੁਰੂ ਸਾਹਿਬ ਨੇ। ਉਹ 4-5 ਬਾਣੀਆਂ ਦਾ ਜ਼ਿਕਰ ਹੈਗਾ ਉਹਦੇ 'ਚ। ਨਹੀਂ, ਮੈਂ ਰਾਜਾ ਸਾਹਿਬ ਇਹ ਕਹਿ ਰਿਹਾ ਸੀ ਕਿ ਜਿਹੜੇ ਵੱਖਰੇ ਵੱਖਰੇ ਗ੍ਰੰਥ ਹੈਗੇ ਆ, ਤੁਹਾਨੂੰ ਸਾਰਾ ਪਤਾ ਹੈ ਨਾ। ਤਾਂ ਮੈਂ ਤੁਹਾਨੂੰ ਯਾਦ ਕਰਾ ਰਿਹਾ ਕਿ ਜਦ ਉਹ ਸਾਰਾ ਲਿਖਿਆ ਹੋਇਆ ਹੈ ਤਾਂ ਇਹ ਨਹੀਂ ਹੈ ਕਿ ਮੈਂ ਕੰਕੌਕਟ ਕਰ ਰਿਹਾ। ਤੁਸੀਂ ਪ੍ਰੂਫ ਮੋਟਾਉਂਦੇ ਹੋ। ਨਹੀਂ, ਜੋ ਤੁਸੀਂ ਕਹਿ ਰਹੇ ਹੋ ਅਸੀਂ ਉਸ ਨੂੰ ਬਿਲਕੁਲ ਲੈ ਰਹੇ ਹਾਂ। ਸੋ ਇਹਦੇ ਵਿੱਚ ਮੁਖਤਸਰ ਤੌਰ ਤੇ ਬਾਣੀਆਂ ਕਿਹੜੇ ਗ੍ਰੰਥ ਹੈ? ਕਿਉਂਕਿ ਦਸਮ ਗੁਰੂ ਗ੍ਰੰਥ ਸਾਹਿਬ ਤਾਂ ਇੱਕ ਗ੍ਰੰਥ ਹੈ, ਪਰ ਇਹ ਚੋਕੇ ਵੱਖ-ਵੱਖ ਗ੍ਰੰਥਾਂ ਦਾ ਸਮੂਹ ਹੈ। ਉਹਦੇ ਵਿੱਚ ਅੰਤਰ ਕਿਹੜੇ ਗ੍ਰੰਥ ਹੈ? ਛੋਟੀਆਂ ਗ੍ਰੰਥੀਆਂ ਨੇ। ਹਾਂਜੀ, ਕਿਹੜੇ? ਹਾਂਜੀ, ਉਹਦੇ ਵਿੱਚ ਅਸੀਂ 6 ਹਿੱਸੇ ਕਰ ਸਕਦੇ ਹਾਂ। ਉਹਨਾਂ ਦੇ ਵਿੱਚ ਜੀ, ਵਿਚਿੱਤਰ ਨਾਟਕ। ਹਾਂਜੀ, ਵਿਚਿੱਤਰ ਨਾਟਕ ਗੁਰੂ ਸਾਹਿਬ ਨੇ ਕਿਉਂ ਕਿਹਾ? ਹਾਂਜੀ, ਕਿਉਂਕਿ ਵਿਚਿੱਤਰ ਨਾਟਕ ਤਾਂ ਉਹਨਾਂ ਨੇ ਆਪਣੇ ਅਵਤਾਰ ਦੇ ਬਾਰੇ ਕਿਹਾ ਜੀ, ਅਤੇ ਆਪਣੇ ਜਿੰਨੇ ਵੀ 24 ਅਵਤਾਰ ਹੋਰ ਥੇ ਉਹਨਾਂ ਨੂੰ ਵੀ ਵਿਚਿੱਤਰ ਨਾਟਕ ਕਿਹਾ। ਇਹ ਨਹੀਂ ਹੈ। ਹਾਂਜੀ, ਉੱਥੇ ਵੀ ਕ੍ਰਿਸ਼ਨ ਅਵਤਾਰ, ਰਾਮਾ ਅਵਤਾਰ ਵਗੈਰਾ ਸਾਰਿਆਂ ਦੇ ਵਿਚਿੱਤਰ ਨਾਟਕ ਹੀ ਲਿਖੇ ਹੋਏ ਵਿਚਿੱਤਰ ਹੈ। ਨਾਟਕ ਗ੍ਰੰਥ ਦਾ ਹਿੱਸਾ ਹੈ ਸਾਰਾ ਵਿਚਿੱਤਰ ਨਾਟਕ। ਪਰ ਜਿੱਥੇ ਗੁਰੂ ਸਾਹਿਬ ਨੇ ਆਪਣੇ ਤਾਂ ਅਸੀਂ ਕਰਕੇ ਜਿਹੜੇ ਨਿਰਮਲੇ ਸੰਪਰਦਾਇ ਦੇ, ਉਦਾਸੀ ਸੰਪਰਦਾਇ ਦੇ ਨੇ, ਅਸੀਂ ਕਹਿੰਦੇ ਕਿ ਇਹ ਗੁਰੂ ਦਾ ਆਪਣੀ ਕਥਾ ਦਿਖਾਉਂ। ਅਤੇ ਗੁਰੂ ਸਾਹਿਬ ਕਹਿੰਦੇ ਸੋਢੀ ਵੰਸ਼ ਉਪਰਿਓ ਜਹਾਂ। ਤਾਂ ਗੁਰੂ ਗੋਬਿੰਦ ਸਿੰਘ ਜੀ ਸੋਢੀ ਵੰਸ਼ ਦੀ ਕਥਾ ਆਪ ਦੱਸ ਰਹੇ ਨੇ। ਉਹ ਵਿਚਿੱਤਰ ਨਾਟਕ ਹੈ, ਪਰ ਉਹ ਹੈ ਵਿਚਿੱਤਰ ਨਾਟਕ ਦੇ ਵਿੱਚ। ਬਿਲਕੁਲ, ਹਾਂਜੀ, ਠੀਕ ਹੈ। ਸੋ ਇਸ ਕਰਕੇ ਉਹ ਵਿਚਿੱਤਰ ਨਾਟਕ ਇੱਕ ਗ੍ਰੰਥ ਅਗਰ ਲਹਿਦਾ ਤੁਸੀਂ ਬਾਈਂਡਿੰਗ ਚ ਲਹਿਦਾ ਕਰਤੇ ਲਹਿਦਾ ਵੱਖਰੇ ਗ੍ਰੰਥ। ਪਰ ਉਹ ਇਸ ਕਰਕੇ ਸਾਰ ਜਿਹੜੇ
ਇਨਕਲੂਡਿੰਗ ਗੁਰੂ ਸਾਹਿਬ ਦੇ ਚਰਿੱਤਰ ਜੀ ਐਂਡ ਵਿਸ਼ਨੂੰ ਦੇ ਚਰਿੱਤਰ 24 ਅਵਤਾਰ ਬ੍ਰਹਮਾ ਦੇ 24 ਅਵਤਾਰ ਦਾ ਵਿਸ਼ਨੂੰ ਦੇ ਹੋਗੇ ਹਾਂਜੀ। ਪਰ ਬ੍ਰਹਮਾ ਦੇ ਤਾਂ 7 ਅਵਤਾਰ ਜੀ, ਨੇ ਜੀ, ਔਰ ਸ਼ਿਵ ਜੀ ਦੇ ਅਵਤਾਰ ਨੇ ਉਹ ਸਾਰੇ ਵਿਚਿਤ੍ਰ ਨਾਟਕ ਹੈ। ਜੀ 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 ਠੀਕ ਹੈ। ਅਵਤਾਰ ਉਪਅਵਤਾਰ ਸਾਰੇ ਮਿਲਾ ਕੇ ਹਾਂਜੀ ਜਿਹੜਾ ਜਦ ਤੁਸੀਂ ਦੇਖੋਗੇ ਤਾਂ ਖਾਸ ਕਰਕੇ ਇੱਕ ਚੀਜ਼ ਦਾ ਧਿਆਨ ਮੈਂ ਤੁਹਾਨੂੰ ਦਿਵਾਉਣਾ ਚਾਹੁੰਦਾ ਕਿ ਜਦ ਸ਼ਿਵ ਜੀ ਦੇ ਅਵਤਾਰ ਦਾ ਜ਼ਿਕਰ ਹੈ ਉੱਥੇ ਹੀ ਫਿਰ ਗੋਰਖਨਾਥ ਚੰਦਰਨਾਥ ਵਗੈਰਾ ਸਾਰਿਆਂ ਦੀ ਉਹਨਾਂ ਦੀ ਕਥਾ ਹੁੰਦੀ ਹੈ ਕਿਉਂਕਿ ਸ਼ਿਵ ਜੀ ਤੋਂ ਨਿਕਲੀ। ਹਾਂਜੀ ਇਹ ਜਿਹੜਾ ਗੋਰਖਪੰਥ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਸਾਰੇ ਸਿੱਧ ਗੋਸ਼ਟ ਵਗੈਰਾ ਸਾਰਾ ਗੁਰੂ ਨਾਨਕ ਦੇਵ ਜੀ ਦਾ ਹੋਇਆ ਇਹ ਉਸੇ ਦੇ ਸਾਥ ਸੰਬੰਧ ਹੈ।